ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ ਜੀ। ਬਾਕੀਆਂ ਨੂੰ ਜਥੇਦਾਰ ਹੋਰਾਂ ਦੇ ਸਮੇਤ ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ ਹੋ ਗਏ। ਯਾਰ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਫਿਰ ਵੀ ਨਹੀਂ ਛੱਡੂਗੇ। ਜੇ ਉਹਨਾਂ ਨੇ ਕੁਝ ਕੀਤਾ ਹੈ ਜਥੇਦਾਰ ਹੋਰਾਂ ਨੇ ਤਾਂ ਇੱਥੇ ਕੀਤਾ ਹੈ ਨਾ। ਦਿੱਲੀ ਕਿਉਂ ਰੱਖਿਆ ਹੋਇਆ ਉਹਨਾਂ ਨੂੰ? ਕਿ ਮੋਹਾਲੀ 'ਚ ਉਹਨਾਂ ਨੇ ਕੇਸ ਦਰਜ ਕਰ ਲਿਆ ਉਹਨਾਂ ਵਿਰੁੱਧ ਪੁਰਾਣਾ, ਉਹਦਾ ਚਲਾਨ ਪੇਸ਼ ਨਹੀਂ ਹੋ ਰਿਹਾ ਪਿਛਲੇ 25 ਸਾਲਾਂ ਤੋਂ। ਉਹ ਪਤਾ ਕਿਉਂ ਹੈ? ਕਿ ਹਵਾਰਾ ਜੀ ਜਦੋਂ ਪੈਰੋਲ ਮੰਗਣ ਤਾਂ ਉਹਨਾਂ ਨੂੰ ਪੈਰੋਲ ਨਾ ਮਿਲੇ ਕਿ ਇਹ ਪੈਰੋਲ ਤੇ ਬਾਹਰ ਆਏ ਤਾਂ ਉਸ ਕੇਸ ਤੇ ਅਸਰ ਪਊਗਾ। 25 ਸਾਲਾਂ ਦਾ ਚਲਾਨ ਪੇਸ਼ ਨਹੀਂ ਹੋ ਰਿਹਾ। ਨਹੀਂ ਹੋ ਰਿਹਾ, ਅਮਰੀਕਾ ਦੇ ਹੱਥ 'ਚ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਨਾ, ਸਾਡੀ ਸਰਕਾਰ ਦੇ ਹੱਥ 'ਚ ਹੈ, ਕੌਣਾਂ ਦਾ ਨਹੀਂਗਾ। 14 ਸਾਲ ਬਾਅਦ ਜਦੋਂ ਵੀ ਗੌਰਮੈਂਟ ਚਾਹਵੇ ਇੱਕ ਅੱਛੇ ਬਿਹੇਵੀਅਰ ਦੇ ਨਾਤੇ ਛੱਡ ਸਕਦੀ ਹੈ ਬੰਦੇ ਨੂੰ। ਪੰਜਾਬ ਦੇ ਲੋਕ ਇੱਕ ਜਾਗਦੇ ਨੇ ਔਰ ਜਿਉਂਦੀਆਂ ਤੇ ਜਾਗਦੀਆਂ ਕੌਮਾਂ ਹੀ ਮੋਰਚੇ ਲਾਉਂਦੀਆਂ ਨੇ। ਅੱਗੇ ਸਾਨੂੰ ਇਹ ਵੇਚਦੇ ਰਹੇ, ਚਾਹੇ ਸਾਡਾ ਪਾਣੀ ਹੋਵੇ, ਚਾਹੇ ਸਾਡੇ ਬੰਦੀ ਸਿੰਘਾਂ ਨੂੰ ਲੈ ਕੇ ਹੋਵੇ, ਕਿਸੇ ਵੀ ਗੱਲ ਨੂੰ ਲੈ ਕੇ ਇਹਨਾਂ ਵੱਲ ਜਦੋਂ ਲੀਡਰਾਂ ਵੱਲ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਇਹ ਜਾਂਦੇ ਸੀ ਆਪਦੀ ਅਹੁਦੇਦਾਰੀ ਲਈ ਸਾਨੂੰ ਵੇਚ ਆਉਂਦੇ ਸੀ। ਕਾਨੂੰਨ ਇੱਕੋ ਨਹੀਂਗਾ। ਬਿਲਕਿਸ ਬਾਨੋ ਦੇ ਜਿਹੜੇ ਕਾਤਲ ਸੀ ਜਾਂ ਕਹਿ ਲਓ ਰੇਪ ਕੀਤਾ ਜਿਨ੍ਹਾਂ ਨੇ, ਉਹਦੇ ਨਾਲ ਬੱਚੇ ਮਾਰੇ, ਉਹਨਾਂ ਨੂੰ ਤੁਸੀਂ ਰਿਹਾਈ ਦੇਤੀ, ਹਾਰ ਪਾ ਕੇ ਸਵਾਗਤ ਕੀਤਾ। ਰਾਜੀਵ ਗਾਂਧੀ ਨੂੰ ਮਾਰਨ ਵਾਲੇ ਬੰਦਿਆਂ ਨੂੰ ਤੁਸੀਂ ਛੱਡਤਾ, ਤਾਂ ਫਿਰ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਵੀ, ਜਿਨ੍ਹਾਂ ਨੇ 32 ਸਾਲ ਕੋਈ ਹੋਰ ਹੈ। ਹਰਿਆਣੇ ਕੋਲੇ 14 ਪੁਆਇੰਟ ਕੁਛ ਪਾਣੀ ਹੈਗਾ, ਸਾਡੇ ਕੋਲੇ 12 ਪੁਆਇੰਟ ਕੁਛ ਹੈ। ਉਹ ਆਂਦੇ SYL ਹੋਰ ਦਿਓ ਸਾਨੂੰ, ਜਦਕਿ ਪੰਜਾਬ ਹਰਿਆਣੇ ਨਾਲੋਂ ਵੱਡਾ ਹੈ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ। ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਮੋਰਚਾ ਜਾਰੀ ਹੈ, ਜੋ ਕਿ ਚੰਡੀਗੜ੍ਹ ਤੇ ਮੋਹਾਲੀ ਦੇ ਬਾਰਡਰ ਤੇ ਲੱਗਾ ਹੋਇਆ। ਜਿੱਥੇ ਸਿੱਖ ਕੌਮ ਲਗਾਤਾਰ ਮੰਗ ਕਰ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉੱਥੇ ਹੀ ਸਿੰਗਰ ਐਕਟਰ ਵੀ ਘੱਟ ਨਹੀਂ ਲਗਾਤਾਰ ਇਸ ਮੋਰਚੇ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਰਹੇ ਨੇ। ਅਮਿਤੋਜ ਮਾਂਝ ਜਿਹੜੇ ਕਿ ਸਮੇਂ-ਸਮੇਂ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਵਾਜ਼ ਵੀ ਚੁੱਕਦੇ ਰਹਿੰਦੇ। ਅੱਜ ਵੀ ਤੁਸੀਂ ਦੇਖ ਸਕਦੇ ਹੋ ਇਸ ਮੋਰਚੇ ਦੇ ਵਿੱਚ ਉਸੇ ਹੀ ਤਰ੍ਹਾਂ ਡਟੇ ਹੋਏ ਨੇ ਜਿਵੇਂ ਹਰ ਇੱਕ ਸਿੱਖ ਇੱਥੇ ਅਰਦਾਸ ਬੇਨਤੀ ਕਰ ਰਿਹਾ ਬੰਦੀ ਸਿੰਘਾਂ ਦੀ, ਤੇ ਇੱਥੇ ਡਟਿਆ ਹੋਇਆ। ਗੱਲਬਾਤ ਕਰਾਂਗੇ, ਸਵਾਗਤ ਕਰਦੇ ਇਹਨਾਂ ਦਾ ਰੋਜ਼ਾਨਾ ਸਪੋਕਸਮੈਨ ਤੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਿਤੋਜ ਮਾਨ ਜੀ, ਲਗਾਤਾਰ ਤੁਸੀਂ ਸਮੇਂ-ਸਮੇਂ ਤੇ ਜਿੱਥੇ ਵੀ ਮੋਰਚਾ ਲੱਗਦਾ ਰਿਹਾ ਤੁਸੀਂ ਆਵਾਜ਼ ਬੁਲੰਦ ਕੀਤੀ ਹੈ, ਹਮੇਸ਼ਾ ਸ਼ਮੂਲੀਅਤ ਕੀਤੀ ਹੈ। ਇਸ ਮੋਰਚੇ ਤੋਂ ਵੀ ਜਦੋਂ ਤੋਂ ਮੋਰਚਾ 7 ਤਰੀਕ ਨੂੰ ਆਰੰਭ ਹੋਇਆ ਤਾਂ ਲਗਾਤਾਰ ਨਾਲ ਚੱਲੇ ਹੋ। ਪਹਿਲਾਂ ਤਾਂ ਮੋਰਚੇ ਦੀ ਰੂਪਰੇਖਾ ਕੀ ਹੈ, ਕਿਵੇਂ ਦੇਖ ਰਹੇ ਹੋ ਮੋਰਚੇ ਨੂੰ? ਦੇਖੋ, ਸਾਡਾ ਨਾ ਜਿਵੇਂ ਬੜੇ ਬੰਦੇ ਗੱਲ ਕਰਦੇ ਨੇ ਕਿ ਯਾਰ ਤੁਸੀਂ ਇੰਨੇ ਮੋਰਚੇ ਲਾਏ ਹੋਏ ਨੇ, ਇੰਨੇ ਧਰਨੇ ਲੱਗੇ ਹੋਏ ਨੇ। ਮੈਂ ਕਿਹਾ ਭਾਈ ਇਹ ਇਸ ਲਈ ਲੱਗੇ ਨੇ ਕਿ ਪੰਜਾਬ ਦੇ ਲੋਕ ਇੱਕ ਜਾਗਦੇ ਨੇ ਔਰ ਜਿਉਂਦੀਆਂ ਤੇ ਜਾਗਦੀਆਂ ਕੌਮਾਂ ਹੀ ਮੋਰਚੇ ਲਾਉਂਦੀਆਂ ਨੇ। ਅੱਗੇ ਸਾਨੂੰ ਇਹ ਵੇਚਦੇ ਰਹੇ, ਚਾਹੇ ਸਾਡਾ ਪਾਣੀ ਹੋਵੇ, ਚਾਹੇ ਸਾਡੇ ਬੰਦੀ ਸਿੰਘਾਂ ਨੂੰ ਲੈ ਕੇ ਹੋਵੇ, ਕਿਸੇ ਵੀ ਗੱਲ ਨੂੰ ਲੈ ਕੇ ਇਹਨਾਂ ਵੱਲ ਜਦੋਂ ਲੀਡਰਾਂ ਵੱਲ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਇਹ ਜਾਂਦੇ ਸੀ ਆਪਦੀ ਅਹੁਦੇਦਾਰੀ ਲਈ ਸਾਨੂੰ ਵੇਚ ਆਉਂਦੇ ਸੀ। ਹੁਣ ਪੰਜਾਬ ਵਾਲਿਆਂ ਨੇ ਉਹ ਛੱਡਤਾ ਹੈ। ਹੁਣ ਜਿੱਥੇ ਕੋਈ ਗੱਲ ਹੁੰਦੀ ਹੈ ਇਹ ਮੋਰਚਾ ਕੱਢ ਦਿੰਦੇ ਨੇ। ਮੈਨੂੰ ਤੁਸੀਂ ਦੱਸੋ, ਆ SYL ਤਾਂ ਗਿਆ ਹੀ ਗਿਆ, ਜਿਹੜਾ ਸਾਡਾ ਟੋਟਲ ਪਾਣੀ ਸਾਡੇ ਕੋਲੇ ਹੈਗਾ 12 ਪੁਆਇੰਟ ਕੁਛ, 8.5 ਤਾਂ ਕੱਲੀ MAF ਸਾਡਾ ਲੈ ਕੇ ਜਾ ਰਹੀ ਆ ਆਹ ਨਹਿਰ ਰਾਜਸਥਾਨ ਫੀਡਰ। ਹੁਣ ਫਾਈਨਲੀ ਲੋਕਾਂ ਨੂੰ ਪਤਾ ਲੱਗਿਆ ਉਹ ਪੱਕੀ ਕਰਨ ਲੱਗ ਗਏ ਨੇ, ਥੱਲੇ ਮੋਮਜਾਮਾ ਲਾਉਣ ਲੱਗ ਗਏ ਨੇ। ਤੇ ਜੇ ਉਹ ਵੀ ਲੱਗ ਗਿਆ ਤਾਂ 13,500 ਕਿਊਸਿਕ ਦੀ ਬਜਾਏ 18,500 ਕਿਊਸਿਕ ਦਾ ਬਹਾਵ ਹੋ ਜਾਊਗਾ ਉਹਦੇ 'ਚ, ਤਾਂ ਹੋਰ ਜ਼ਿਆਦਾ ਮਤਲਬ ਇੱਕ ਪੂਰਾ ਸਤਲੁਜ ਹੀ ਜਾ ਰਿਹਾ ਹੋਊਗਾ। ਤਾਂ ਲੋਕਾਂ ਨੂੰ ਲੱਗਿਆ ਕਿ ਨਹੀਂ ਯਾਰ ਇਹਦੇ ਤੇ ਬੋਲਣਾ ਚਾਹੀਦਾ। ਅਸੀਂ ਬੋਲੇ, ਐਂ ਜੀਰੇ ਵਾਲੇ ਦਾ ਹੋ ਗਿਆ, ਲੋਕਾਂ ਨੇ ਬਥੇਰਾ ਵੇਖਿਆ ਕਿ ਤੁਸੀਂ ਕੁਝ ਬੋਲੂਗੇ, ਤੁਸੀਂ ਕੁਝ ਕਰੋਗੇ। 50 ਪਿੰਡਾਂ ਦੀ ਜ਼ਿੰਦਗੀ ਗਾਲਤੀ ਹੈ, ਪੂਰਾ ਪਾਣੀ ਦਾ ਥਲੜਾ ਹਿੱਸਾ ਖਰਾਬ ਕਰਤਾ ਹੈ, ਵਾਤਾਵਰਨ ਖਰਾਬ ਕਰਤਾ ਹੈ, ਨਹੀਂ ਬੋਲੇ। ਫਾਈਨਲੀ ਮੋਰਚਾ ਲਾਉਣਾ ਪਿਆ ਔਰ ਗੱਲ ਮਨਾਈ। ਉਸੇ ਤਰ੍ਹਾਂ ਨਾਲ ਇੱਥੇ ਭਾਈ ਖੇੜਾ ਜੀ ਨੂੰ 32 ਸਾਲ ਹੋ ਗਏ ਜੀ। ਬਾਕੀਆਂ ਨੂੰ ਜਥੇਦਾਰ ਹੋਰਾਂ ਦੇ ਸਮੇਤ ਕਿਸੇ ਨੂੰ 27 ਸਾਲ, ਕਿਸੇ ਨੂੰ 28 ਸਾਲ ਹੋ ਗਏ। ਯਾਰ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਫਿਰ ਵੀ ਨਹੀਂ ਛੱਡੂਗੇ। ਜਦਕਿ 550 ਸਾਲਾਂ ਦੀ ਨੋਟੀਫਿਕੇਸ਼ਨ ਤੁਸੀਂ ਇੱਕ ਪਾਸ ਕਰ ਚੁੱਕੇ ਹੋ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕਿ ਛੱਡੇ ਜਾਣਗੇ। ਕਦੇ ਸੈਂਟੈਂਸ ਬੋਰਡ ਨਹੀਂ ਗਾ ਸਹਿਮਤੀ ਦਿੰਦਾ, ਤਾਂ ਭਾਈ ਭੁੱਲਰ ਜੀ ਦੀ ਨਹੀਂ ਹੋ ਰਹੀ ਰਿਹਾਈ, ਕਿਤੇ ਕੋਈ ਹੋਰ। ਇੱਥੇ ਤੁਸੀਂ ਸੋਚੋ, ਕਮਾਲ ਦੀ ਗੱਲ ਹੈ ਕਿ ਜੇ ਉਹਨਾਂ ਨੇ ਕੁਝ ਕੀਤਾ ਹੈ ਜਥੇਦਾਰ ਹੋਰਾਂ ਨੇ ਤਾਂ ਇੱਥੇ ਕੀਤਾ ਹੈ ਨਾ। ਦਿੱਲੀ ਕਿਉਂ ਰੱਖਿਆ ਹੋਇਆ ਉਹਨਾਂ ਨੂੰ? ਤਬਦੀਲ ਕਿਉਂ ਨਹੀਂ ਕਰਦੇ? ਇੱਕ ਇੱਥੇ ਇੱਕ ਮੋਹਾਲੀ 'ਚ ਉਹਨਾਂ ਨੇ ਕੇਸ ਦਰਜ ਕਰ ਲਿਆ ਉਹਨਾਂ ਵਿਰੁੱਧ ਪੁਰਾਣਾ,
ਉਹਦਾ ਚਲਾਨ ਪੇਸ਼ ਨਹੀਂ ਹੋ ਰਿਹਾ ਪਿਛਲੇ 25 ਸਾਲਾਂ ਤੋਂ। ਜੀ। ਉਹ ਪਤਾ ਕਿਉਂ ਹੈ ਕਿ ਹਵਾਰਾ ਜੀ ਜਦੋਂ ਪੈਰੋਲ ਮੰਗਣ ਤਾਂ ਉਹਨਾਂ ਨੂੰ ਪੈਰੋਲ ਨਾ ਮਿਲੇ ਕਿ ਇਹ ਪੈਰੋਲ ਤੇ ਬਾਹਰ ਆਏ ਤਾਂ ਉਸ ਕੇਸ ਤੇ ਅਸਰ ਪਊਗਾ। ਜੀ 25 ਸਾਲਾਂ ਦਾ ਚਲਾਨ ਪੇਸ਼ ਨਹੀਂ ਹੋ ਰਿਹਾ। ਕਿਉਂ ਬਈ? ਇੱਕ ਪਾਸੇ ਉਹ ਸੌਦਾ ਸਾਧ ਵਰਗੇ ਬੰਦੇ ਬਿਲਕੁਲ 9-10 ਮਹੀਨਿਆਂ 'ਚ 3 ਵਾਰੀ ਪੈਰੋਲ ਮਿਲ ਗਈ ਹੈ, 3 ਵਾਰੀ, ਤੇ ਇਹਨਾਂ ਨੂੰ ਪੈਰੋਲ ਹੀ ਨਹੀਂ। ਬਿਲਕੁਲ ਸੋ ਇਹ ਜਿਹੜੀਆਂ ਨਾਇਨਸਾਫੀਆਂ ਹੈ, ਇਹਨਾਂ ਨੂੰ ਜਦੋਂ ਸਾਡੇ ਲੀਡਰ ਸਾਨੂੰ ਵੇਚ ਆਉਂਦੇ ਸੀ, ਹੁਣ ਉਹਨਾਂ ਨਾਇਨਸਾਫੀਆਂ ਵਿਰੁੱਧ ਪੰਜਾਬ ਖੁਦ ਉੱਠਣ ਲੱਗ ਪਿਆ, ਬੋਲਣ ਲੱਗ ਪਿਆ, ਮੋਰਚੇ ਲਾਉਣ ਲੱਗ ਗਿਆ, ਧਰਨੇ ਕਰਨ ਲੱਗ ਗਿਆ। ਬਿਲਕੁਲ ਕਾਨੂੰਨ ਦੀ ਗੱਲ ਕਰਦੇ ਆ, ਸੰਵਿਧਾਨ ਦੀ ਗੱਲ ਕਰਦੇ ਜਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਤਾਂ ਕਹਿੰਦੇ ਕਿ ਕਾਨੂੰਨ ਤਾਂ ਸਭ ਦੇ ਲਈ ਬਰਾਬਰ ਹੈਗਾ। ਫਿਰ ਇੱਥੇ ਰਵੱਈਆ ਕਿਉਂ ਅਲੱਗ ਬਣਾਇਆ? ਨਹੀਂ, ਕਾਨੂੰਨ ਬਰਾਬਰ ਹੁੰਦਾ ਤਾਂ ਮੋਰਚਾ ਕਿਉਂ ਲਾਉਣਾ ਪੈਂਦਾ? ਬਿਲਕੁਲ ਧਰਨੇ ਤੇ ਬਹਿਣਾ ਕਿਉਂ ਪੈਂਦਾ? ਇੱਥੇ ਆ ਕੇ ਚੰਡੀਗੜ੍ਹ ਤੇ ਮੋਹਾਲੀ ਦੀ ਸੜਕਾਂ ਕਿਉਂ ਨੱਪਣੀਆਂ ਪੈਂਦੀਆਂ? ਜੀ ਕਾਨੂੰਨ ਇੱਕੋ ਨਹੀਂਗਾ। ਬਿਲਕਿਸ ਬਾਨੋ ਦੇ ਜਿਹੜੇ ਕਾਤਲ ਸੀ ਜਾਂ ਕਹਿ ਲੋ ਰੇਪ ਕੀਤਾ, ਜਿਨ੍ਹਾਂ ਨੇ ਉਹਦੇ ਨਾਲ ਬੱਚੇ ਮਾਰੇ, ਜੀ ਉਹਨਾਂ ਨੂੰ ਤੁਸੀਂ ਰਿਹਾਈ ਦੇਤੀ, ਹਾਰ ਪਾ ਕੇ ਸਵਾਗਤ ਕੀਤਾ। ਬਿਲਕੁਲ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਬੰਦਿਆਂ ਨੂੰ ਤੁਸੀਂ ਛੱਡਤਾ, ਜੀ ਤਾਂ ਫਿਰ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਵੀ, ਜਿਨ੍ਹਾਂ ਨੇ 32 ਸਾਲ? ਕੋਈ ਹੋਰ ਹੈ ਭਾਈ ਖੇੜਾ ਜੀ ਜਿਨ੍ਹਾਂ ਨੇ ਜੇਲ੍ਹ 'ਚ ਬਤਾਇਆ ਹੋਵੇ ਅੱਜ ਦੀ ਡੇਟ 'ਚ ਹਿੰਦੁਸਤਾਨ 'ਚ? ਜੀ ਕੋਈ ਨਹੀਂ ਹੋਊਗਾ। ਬਿਲਕੁਲ ਕਾਨੂੰਨ ਇੱਕ ਹੁੰਦਾ ਤਾਂ ਸਾਨੂੰ ਇਹ ਕਿਉਂ ਕਰਨਾ ਪੈਂਦਾ? ਜੀ ਪਰ ਕਾਨੂੰਨ ਤੁਸੀਂ ਸੋਚੋ, ਕਾਨੂੰਨ ਸਫਰ ਵੇਖੋ, ਪੰਜਾਬ ਸਫਰ ਕਿਵੇਂ ਕਰਦਾ ਹੈ। ਬਿਲਕੁਲ ਪੰਜਾਬ ਕੋਲੇ ਕੁਦਰਤੀ ਸੋਮਾ ਕੋਈ ਨਹੀਂ ਹੈ ਸਿਵਾਏ ਪਾਣੀ ਦੇ। ਨਾ ਸਾਡੇ ਕੋਲੇ ਤੇਲ ਹੈ, ਨਾ ਸਾਡੇ ਕੋਲੇ ਕੋਇਲਾ ਹੈ, ਨਾ ਸਾਡੇ ਕੋਲੇ ਪੱਥਰ ਹੈ, ਨਾ ਸਾਡੇ ਕੋਲੇ ਹੀਰਾ ਹੈ। ਸਾਡੇ ਕੋਲੇ ਲੈ ਦੇ ਕੇ ਪਾਣੀ ਹੈ। ਜਦੋਂ ਅਸੀਂ ਝਾਰਖੰਡ ਤੋਂ ਕੋਲ ਲੈਨੇ ਆ ਤਾਂ ਪੈਸੇ ਦਿੰਨੇ ਆ, ਜਦੋਂ ਅਸੀਂ ਰਾਜਸਥਾਨ ਤੋਂ ਪੱਥਰ ਲੈਨੇ ਆ ਤਾਂ ਪੈਸੇ ਦਿੰਨੇ ਆ, ਤਾਂ ਫਿਰ ਸਾਨੂੰ ਪਾਣੀ ਦੇ ਪੈਸੇ ਕਿਉਂ ਨਾ ਮਿਲਣ? ਕਿਉਂ ਨਾ ਮਿਲਣ? 1955 ਜਦੋਂ ਰਾਜਸਥਾਨ ਫੀਡਰ ਕੱਢੀ ਸੀ, ਉਦੋਂ ਕਿਹਾ ਗਿਆ ਸੀ ਕਿ ਇਹਦਾ ਜਿਹੜਾ ਇਕਨੋਮਿਕਲੀ ਬੈਨੀਫਿਟ ਪੰਜਾਬ ਨੂੰ ਹੋਣਾ ਚਾਹੀਦਾ, ਉਹਦੇ ਤੇ ਵਿਚਾਰ ਹੋ ਕੇ ਉਹਨੂੰ ਫਿਕਸ ਕੀਤਾ ਜਾਊਗਾ। ਅੱਜ ਤੱਕ ਫਿਕਸ ਹੀ ਨਹੀਂ ਹੋਇਆ। ਔਰ ਤੌਬਾ ਦੇਖੋ, ਹਰਿਆਣੇ ਕੋਲੇ 14 ਪੁਆਇੰਟ ਕੁਛ ਪਾਣੀ ਹੈਗਾ, ਸਾਡੇ ਕੋਲੇ 12 ਪੁਆਇੰਟ ਕੁਛ ਹੈ। ਉਹ ਆਂਦੇ SYL ਹੋਰ ਦਿਓ ਸਾਨੂੰ, ਜਦ ਕਿ ਪੰਜਾਬ ਹਰਿਆਣੇ ਨਾਲੋਂ ਵੱਡਾ ਹੈ। ਜਦੋਂ ਅਸੀਂ ਕਿਹਾ ਕਿ ਇੱਕ ਜਮਨਾ ਜਦੋਂ ਪੰਜਾਬ ਇਕੱਠਾ ਸੀ ਤਾਂ ਜਮਨਾ ਚੋਂ ਪਾਣੀ ਆਉਂਦਾ ਸੀਗਾ 5.4 MAF, ਅੱਡ ਹੋ ਗਿਆ ਤਾਂ ਉਹ ਹਰਿਆਣੇ ਨੂੰ ਆਉਣ ਲੱਗ ਗਿਆ। ਬਿਲਕੁਲ ਪੰਜਾਬ ਨੇ ਵੀ ਪਾਣੀ ਮੰਗਿਆ ਕਿ ਯਾਰ ਸਾਨੂੰ ਦਿਓ। ਆਂਦੇ ਜੀ ਤੁਸੀਂ ਰਿਪੇਰੀਅਨ ਨਹੀਂ ਹੋ। ਰਿਪੇਰੀਅਨ ਮੀਨ ਕਿ ਇਹ ਦਰਿਆ ਜਮਨਾ ਤੁਹਾਡੇ ਵਿੱਚ ਦੀ ਨਹੀਂ ਲੰਘਦੀ ਕਿਤੋਂ ਵੀ। ਜੀ ਅਸੀਂ ਕਿਹਾ ਓਕੇ, ਇਹ ਸੁਪਰੀਮ ਕੋਰਟ ਦਾ ਫੈਸਲਾ ਹੈ, ਜੀ। ਤਾਂ ਮੈਨੂੰ ਇਹ ਦੱਸੋ ਸਤਲੁਜ, ਬਿਆਸ ਜਾਂ ਰਾਵੀ ਇਹ ਹਰਿਆਣੇ ਤੇ ਰਾਜਸਥਾਨ 'ਚ ਕਿੱਥੋਂ ਦੀ ਲੰਘਦੀ ਹੈ? ਉਹਨਾਂ ਨੂੰ ਪਾਣੀ ਕਿਉਂ ਦਿੱਤਾ ਜਾ ਰਿਹਾ? ਉਹ ਵੀ ਰਿਪੇਰੀਅਨ ਨਹੀਂ ਗੇ। ਜੀ ਇੱਕੋ ਹੀ ਰਿਪੇਰੀਅਨ ਨੂੰ ਸਾਹਮਣੇ ਰੱਖ ਕੇ ਇੱਕ ਪ੍ਰਦੇਸ਼ ਲਈ ਕਾਨੂੰਨ ਹੋਰ, ਜੀ ਦੂਜੇ ਲਈ ਹੋਰ। ਲੈਣਾ ਪਾਣੀ ਤਾਂ ਰਿਪੇਰੀਅਨ ਦੀ ਗੱਲ, ਜਦੋਂ ਦੇਣ ਦੀ ਗੱਲ ਆਈ ਉਦੋਂ ਨਹੀਂ। ਹਰ ਅਧਿਕਾਰ ਦੇ ਲਈ ਸਾਨੂੰ ਮੋਰਚਾ ਹੀ ਲਾਣਾ ਪਏਗਾ। ਕੀ ਕਰੀਏ ਹੋਰ? ਆਪਾਂ ਕਰ ਵੀ ਕੀ ਸਕਦੇ ਹਾਂ? ਇਸ ਤੋਂ ਅਗਲਾ ਸਟੈਪ ਤਾਂ ਫਿਰ ਉਹ ਦੂਜਾ ਆ ਜਾਂਦਾ। ਫਿਰ ਇਹ ਕਹਿਣਗੇ ਨਹੀਂ ਜੀ ਇਹ ਤਾਂ ਵਾਇਲੈਂਟ ਹੋ ਰਹੇ ਨੇ, ਜਿਵੇਂ ਉਦੋਂ ਕਹਿਤਾ ਸੀ ਇਹ ਤਾਂ ਜਰਾਇਮ ਪੇਸ਼ਾ ਨੇ, ਜੀ ਹਨਾ। ਫਿਰ ਤਾਂ ਕੁਝ ਵੀ ਕਹਿ ਦਿੱਤਾ। ਲੱਗਦਾ ਆ ਅੱਜ 23 ਤਰੀਕ ਹੋ ਜਾਂਦੀ ਹੈ, ਪਰ ਕੋਈ ਲੱਗਦਾ ਸਰਕਾਰ ਤੇ ਪ੍ਰਭਾਵ ਇਸ ਮੋਰਚੇ ਦਾ ਪਿਆ ਹੈਗਾ? ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਸਿੱਖਾਂ ਦੇ ਵੱਲੋਂ ਵੀ, ਇਸ ਮੋਰਚੇ ਵੱਲੋਂ ਵੀ, ਕਿ ਭਗਵੰਤ ਮਾਨ ਜਦੋਂ ਨਈ ਪਾਰਟੀ ਦੇ ਵਿੱਚ ਆਏ ਸੀ ਤਾਂ ਉਦੋਂ ਖੁਦ ਇਹ ਕਹਿੰਦੇ ਸੀਗੇ ਕਿ ਬੰਦੀ ਸਿੰਘਾਂ ਰਿਹਾ ਹੋਣੇ ਚਾਹੀਦੇ ਆ। ਇੱਥੇ ਵੀ ਪੋਸਟਰ ਲੱਗੇ ਹੋਏ, ਪਰ ਜਦੋਂ CM ਦੀ ਕੁਰਸੀ ਤੇ ਬੈਠਦੇ ਨੇ ਤਾਂ ਉਸ ਸਮੇਂ ਕਿਉਂ ਜਿਹੜੀ ਉਹ ਗੱਲ ਨੂੰ ਅਣਗੌਲਿਆ ਕੀਤਾ ਜਾਂਦਾ? ਆਹੀ ਗੱਲ ਅਸੀਂ ਕਹਿ ਰਹੇ ਹਾਂ ਕਿ ਦੇਖੋ ਭਾਈ, ਜੇ ਤੁਸੀਂ ਵੀ ਕੌਮ ਨੂੰ ਰਿਪਰੈਜ਼ੈਂਟ ਕਰਦੇ ਹੋ, ਸਾਡੇ ਵੱਲੋਂ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ, ਸਾਡੇ ਚੁਣੇ ਹੋਏ ਨੁਮਾਇੰਦੇ ਹੋ। ਤੁਸੀਂ ਸਾਰਾ ਕੁਝ ਤਾਂ ਨਹੀਂ ਤੁਸੀਂ ਕਰ ਸਕਦੇ, ਪਰ ਜੋ ਕਰ ਸਕਦੇ ਹੋ ਉਹ ਤਾਂ ਕਰ ਦਿਓ। ਜੀ ਤੁਸੀਂ ਮਤਾ ਪਾ ਸਕਦੇ ਹੋ, ਮਤਾ ਤਾਂ ਪਾ ਦਿਓ। ਤੁਸੀਂ ਇੱਥੇ ਜਿਹੜਾ ਮੋਹਾਲੀ 'ਚ ਇੱਕ ਬੇਫਾਲਤੂ ਦਾ ਕੇਸ ਉਹਨਾਂ ਤੇ ਦਰਜ ਕੀਤਾ ਹੋਇਆ ਹੈ, ਉਹਨੂੰ ਖਤਮ ਕਰ ਸਕਦੇ ਹੋ, ਉਹ ਤਾਂ ਕਰ ਦਿਓ। ਤੁਹਾਡੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ, ਉਹ ਸੈਂਟੈਂਸ ਬੋਰਡ ਜਾਂ ਤੁਹਾਡੇ ਦੇ ਥੱਲੇ ਆਉਂਦਾ, ਤੁਹਾਡੇ ਬੰਦੇ ਜ਼ਿਆਦਾ ਉਹਦੇ 'ਚ, ਉਹਦੇ ਵੱਲੋਂ ਤਾਂ ਰਿਕਮੈਂਡੇਸ਼ਨ ਕਰਾ ਦਿਓ ਕਿ ਪ੍ਰੋਫੈਸਰ ਭੁੱਲਰ ਛੁੱਟ ਜਾਣ। ਬੰਦੀ ਸਿੰਘ ਨੇ ਤਾਂ ਪੰਜਾਬ ਦੇ ਵੱਲੋਂ ਹੀ ਕਿਤੇ ਨਾ ਕਿਤੇ ਸਰਕਾਰ ਨੂੰ ਅਪੀਲ ਕੀਤੀ ਜਾ ਸਕਦੀ ਹੈ। ਆਹੀ ਕਰ ਸਕਦੇ ਹੋ, ਉਹੀ ਕਰ ਰਹੇ ਇਹਨਾਂ ਨੂੰ ਕਹਿ ਰਹੇ ਕਿ ਤੁਸੀਂ ਆਪਦੇ ਜਿਹੜਾ ਤੁਹਾਡੇ ਹੱਥ 'ਚ ਹੈ ਉਹ ਕਰ ਦਿਓ, ਫਿਰ ਸੈਂਟਰ ਵਾਲਿਆਂ ਨਾਲ ਅਸੀਂ ਆਪੇ ਸਿੱਝ ਲਾਂਗੇ। ਜੀ ਪਹਿਲਾਂ ਤੁਸੀਂ ਤਾਂ ਕਰੋ, ਬਿਲਕੁਲ ਤੁਸੀਂ ਤਾਂ ਆਪਦੇ ਹਿੱਸੇ ਦਾ ਕੰਮ ਨਿਬੇੜੋ। ਉਹ ਡਿਮਾਂਡ ਹੈਗੀ ਹੈ, ਇਸੇ ਲਈ ਆ ਜਿਹੜੀ ਜਗ੍ਹਾ ਵੀ ਚੁਣੀ ਕਿ ਪੰਜਾਬ ਵੀ ਵਿੱਚੇ ਰਵੇ ਔਰ ਕੇਂਦਰੀ ਪ੍ਰਸ਼ਾਸਿਤ ਜਿਹੜੇ UT ਆ ਉਹਦਾ ਹਿੱਸਾ ਵੀ ਰਵੇ। ਇਸੇ ਲਈ ਇੱਥੇ ਮੋਰਚਾ ਲਾਇਆ ਕਿ ਲੜਾਈ ਦੋਵਾਂ ਨਾਲ ਹੈ, ਪਹਿਲਾਂ ਪੰਜਾਬ ਵਾਲੇ ਮੰਨਣ ਫਿਰ ਕੇਂਦਰ ਵਾਲੇ ਮੰਨਣ। ਰਹੀ ਗੱਲ ਪ੍ਰਭਾਵ ਦੀ,
ਸਿਰਫ ਅੱਗੇ ਟਰਾਲੀ ਸੀ ਲਾਈ ਵੱਡੀ ਤੇ 2 ਤੰਬੂ ਲਾਏ ਸੀਗੇ ਪਹਿਲੇ 2-3 ਦਿਨਾਂ 'ਚ। ਅੱਜ ਤੁਸੀਂ ਵੇਖ ਲਓ YPS ਚੌਂਕ ਤੱਕ ਜੀ ਪੂਰੇ ਰਹਿਣ ਲਈ ਸ਼ੈਬਰਾਂ ਲੱਗੀਆਂ ਨੇ। ਇਹਨਾਂ ਨੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਤੱਕ ਜਾਣਾ ਹੈ। ਇਹ ਐਂ ਹੀ ਲੱਗਣਗੀਆਂ। ਆਂਦੇ ਨਾ ਕਦੇ ਕਦੇ ਤਕਲੀਫ ਤੁਹਾਨੂੰ ਇਕੱਠੇ ਕਰ ਦਿੰਦੀ ਹੈ, ਤਾਕਤ ਦੇ ਦਿੰਦੀ ਹੈ। ਮੈਂ ਹਮੇਸ਼ਾ ਨਾ ਉਹਨੇ ਯੂਰਪ ਨੂੰ, ਜਿਵੇਂ 2 ਵਰਲਡ ਵਾਰਾਂ ਉੱਥੇ ਹੋਈਆਂ, ਜੇ ਤੁਸੀਂ ਉਜੜਦੇ ਹੋ ਤਾਂ ਤੁਹਾਨੂੰ ਵਸਣ ਦਾ ਸ਼ੌਰ ਆ ਜਾਂਦਾ ਹੈ। ਜੀ ਦੋਨੇ ਵਰਲਡ ਵਾਰਾਂ ਯੂਰਪ ਨੇ ਝੱਲੀਆਂ ਤੇ ਅੱਜ ਤਰੱਕੀ 'ਚ ਵੀ ਸਭ ਤੋਂ ਅੱਗੇ ਸੀ। ਉਸੇ ਤਰ੍ਹਾਂ ਨਾਲ ਜਦੋਂ ਸਾਡੇ ਤੇ ਭੀੜ ਪੈਂਦੀ ਹੈ, ਸਿੱਖੀ ਵੀ ਸਭ ਤੋਂ ਜ਼ਿਆਦਾ ਪ੍ਰਫੁੱਲਤ ਪਤਾ ਕਦੋਂ ਹੋਈ? ਜਦੋਂ 10ਵੀਂ ਪਾਤਸ਼ਾਹੀ ਦੇ ਜਾਣ ਤੋਂ ਬਾਅਦ ਸਾਡੇ ਸਿਰਾਂ ਦੇ ਮੁੱਲ ਪਏ ਸੀ। ਜੀ ਬਿਲਕੁਲ। ਉਦੋਂ ਬਾਅਦ ਪੱਕੀ ਵੀ ਹੋਈ ਤੇ ਸਿੱਖਿਅਤ ਵੀ ਹੋਈ। ਔਰ ਉਸੇ ਗੱਲਾਂ, ਉਸੇ ਭਾਰ ਕਰਕੇ, ਉਸੇ 100 ਸਾਲ ਦੇ ਸੰਘਰਸ਼ ਕਰਕੇ ਅਸੀਂ ਰਣਜੀਤ ਸਿੰਘ ਦਾ ਰਾਜ ਲੈ ਲਿਆ ਸੀ। ਜਦੋਂ ਭੀੜ ਪੈਂਦੀ ਹੈ ਨਾ ਤਾਂ ਫਿਰ ਉਹਦੇ ਨਾਲ ਸਿੱਝਣਾ ਵੀ ਆ ਜਾਂਦਾ ਹੈ। ਤਾਂ ਕੋਈ ਗੱਲ ਨਹੀਂ, ਨਾ ਕਰਨ। ਉਹ ਪਿਛਲੀ ਵਾਰੀ ਕਿਸਾਨੀ ਅੰਦੋਲਨ ਵੇਲੇ ਕੀ ਹੋਇਆ ਸੀ? ਆਪਾਂ ਉੱਥੇ ਵੀ ਮਿਲਦੇ ਰਹੇ ਹਾਂ। 1.25 ਸਾਲ ਲਾਇਆ ਸੀ। ਫਾਈਨਲੀ ਉਹ ਆਂਦੇ ਹੁੰਦੇ ਲੈ ਵੀ ਗੰਢੇ ਵੀ ਖਾਦੇ ਤੇ ਚਿੱਤਰ ਵੀ ਖਾਦੇ, ਦੁੱਧ ਵੀ ਦਿੱਤਾ ਵੀ ਮਿੰਗਣਾ ਪਾ ਕੇ। ਇਹ ਵੀ ਐਂ ਹੀ ਕਰਨਗੇ। ਕੋਈ ਜੇ ਸਮੇਂ ਮੰਗਦੇ ਆ ਫਿਰ ਇਹ ਵੀ ਲੰਮਾ ਸਮਾਂ ਜਾਏਗਾ ਤਾਂ ਫਿਰ ਕਿਤੇ ਹੱਲ ਹੋਏਗਾ। ਦੇਖੋ ਇਹ ਇਹਨਾਂ ਤੇ ਡਿਪੈਂਡ ਕਰਦਾ ਹੈ, ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਤੇ। ਅਸੀਂ ਤਾਂ ਬਹਿ ਗਏ ਹਾਂ, ਸਾਰੀ ਕੌਮ ਬਹਿ ਗਈ ਆ ਕੇ। ਉਹ ਤਾਂ ਆਂਦੇ ਭਾਈ ਜਦੋਂ ਤੁਸੀਂ ਮੰਨ ਲੂਗੇ ਉੱਠ ਲਾਂਗੇ, ਨਹੀਂ ਮੰਨੂਗੇ ਅਸੀਂ ਬੈਠੇ ਹਾਂ। ਇਹ ਵੀ ਕਿਹਾ ਜਾਂਦਾ ਹੈ ਕਿ ਇਕਜੁੱਟਤਾ ਹੋਣੀ ਬਹੁਤ ਜ਼ਰੂਰੀ ਹੈ। ਜਦ ਤੱਕ ਮੋਰਚੇ ਦੀ ਇਕਜੁੱਟਤਾ ਨਹੀਂ ਹੋਏਗੀ ਤਾਂ ਹੱਲ ਹੋਣਾ ਜਿਹੜਾ ਸੰਭਵ ਨਹੀਂ ਹੈਗਾ। ਤੁਹਾਨੂੰ ਕੀ ਲੱਗਦਾ ਹਰ ਇੱਕ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਿਹਾ? ਜਿਵੇਂ ਜਿਸ ਤਰੀਕੇ ਨਾਲ ਮੋਰਚਾ ਵੱਧ ਰਿਹਾ ਉਹ ਤੋਂ ਇਹੀ ਲੱਗ ਰਿਹਾ। ਜੀ। ਔਰ ਇੱਕ ਕੋਸ਼ਿਸ਼ ਵੀ ਸੀ, ਪਹਿਲੇ ਦਿਨ ਤੋਂ ਅਸੀਂ ਡਿਸਕਸ ਕਰ ਰਹੇ ਸੀ ਕਿ ਜਿੰਨੇ ਵੀ ਹੋਰ ਮੋਰਚੇ ਚੱਲ ਰਹੇ ਨੇ ਉਹਨਾਂ ਨੂੰ ਇਹਦੇ 'ਚ ਲਿਆ ਕੇ ਸ਼ਾਮਲ ਕਰ ਲਿਆ ਜਾਵੇ। ਔਰ ਜਿਵੇਂ ਬਾਈਬਲ ਵਾਲਾ ਸੀਗਾ, ਬਾਈਬਲ ਦੀ ਮੰਗ ਰੱਖੀ ਗਈ ਹੈ ਵਿੱਚ। ਜੋ ਸ਼ਰੇਆਮ 2 ਕਤਲ ਹੋਏ ਨੇ ਜਾਂ ਬੇਅਦਬੀ ਦਾ ਜੋ ਰੱਖਿਆ ਹੋਇਆ ਕਿ ਜੋ ਵਾਰ-ਵਾਰ ਬੇਅਦਬੀ ਹੁੰਦੀ ਆ ਉਹਦੇ 'ਚ ਇੱਕ ਨਵਾਂ ਸੈਕਸ਼ਨ ਐਡ ਕੀਤਾ ਜਾਵੇ, 302 ਵਰਗੀ ਨੇਚਰ ਹੋਵੇ ਜਿਹਦੀ। ਇਹ ਦੋਨੇ ਚੀਜ਼ਾਂ ਲਈ ਬਾਹਰ ਵੀ ਮੋਰਚੇ ਨੇ, ਉਹਨਾਂ ਨੂੰ ਆਲਰੇਡੀ ਕਿਹਾ ਹੋਇਆ ਕਿ ਆਓ ਨਾਲ ਰਲੋ। ਉਹਨਾਂ ਨੇ ਹਾਂ ਪੱਖੀ ਹੁੰਗਾਰਾ ਵੀ ਦਿੱਤਾ ਹੈ। ਔਰ ਮੈਨੂੰ ਲੱਗਦਾ ਜਲਦ ਤੁਹਾਨੂੰ ਇੱਥੇ ਬੈਠੇ ਹੋਏ ਨਜ਼ਰ ਆਉਣਗੇ। ਬਾਪੂ ਸੂਰਜ ਸਿੰਘ ਹੋਰਾਂ ਨੇ ਜਥੇਦਾਰ ਹੋਰਾਂ ਦੇ ਅਪੀਲ ਤੇ ਆਪਦਾ ਵਰਤ ਵੀ ਛੱਡਤਾ ਹੈ। ਮਰਨ ਵਰਤ ਜੋ ਰੱਖਿਆ ਹੋਇਆ ਸੀ 8 ਸਾਲਾਂ ਤੋਂ, ਉਹ ਵੀ ਸ਼ਾਮਲ ਹੋਣਗੇ ਨਾਲ। ਸੋ ਇਹ ਕੋਸ਼ਿਸ਼ ਹੈ ਕਿ ਸਾਰੀਆਂ ਧਾਰਾਵਾਂ ਨੂੰ ਇੱਕ ਥਾਂ ਤੇ ਜਮ੍ਹਾਂ ਕੀਤਾ ਜਾਵੇ ਔਰ ਪੂਰੀ ਲੋਕ ਸ਼ਕਤੀ ਇੱਕ ਥਾਂ ਤੇ ਇਕੱਠੀ ਹੋ ਕੇ ਆਵਾਜ਼ ਬੁਲੰਦ ਕਰੇ। ਜੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬੇਅਦਬੀ ਦਾ ਇਨਸਾਫ ਹੀ ਲਿਆ ਜਾ ਰਿਹਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਬਾਈਬਲ ਕਲਾ ਗੋਲੀ ਕਾਂਡ ਹੋਇਆ ਹੈਗਾ, ਪਰ ਹੁਣ ਕੀ ਕਹਿਣਾ ਚਾਹੋਗੇ? ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ, ਅਜੇ ਵੀ ਕਿਤੇ ਨਾ ਕਿਤੇ ਰੁਕਣ ਦਾ ਨਾਮ। ਦੇਖੋ ਕੌਮ ਆਪਦੇ ਫੈਸਲੇ ਆਪ ਤਾਂ ਕਰ ਹੀ ਰਹੀ ਹੈ। ਜੀ। ਜਿੱਥੇ ਵੀ ਕੋਈ ਬੇਅਦਬੀ ਵਾਲਾ ਆਉਂਦਾ ਉਹਨੂੰ ਉਹ ਜੋ ਵੀ ਸਜ਼ਾ ਉਹਦੀ ਬੰਦੀ ਹੁੰਦੀ ਹੈ, ਬੰਦੀ ਸਜ਼ਾ ਦਿੱਤੀ ਜਾ ਰਹੀ ਹੈ। ਪਰ ਗੱਲ ਇਹ ਹੈ ਵੀ ਕਾਨੂੰਨ ਜਿਹਦਾ ਅਸੀਂ ਕਹਿੰਦੇ ਹੁੰਦੇ ਆ, ਅਸੀਂ ਬੈਠੇ ਹਾਂ ਅੱਜ ਉਸ ਤੇ ਇੱਕ ਲਾਅ ਐਂਡ ਆਰਡਰ ਹੈ। ਉਹ ਲਾਅ ਐਂਡ ਆਰਡਰ ਦੇ ਵਿੱਚ ਇੱਕ ਵਾਰ-ਵਾਰ ਸਾਡੀ ਡਿਮਾਂਡ ਹੈ ਕਿ ਇਹ ਬੇਅਦਬੀ ਰੁਕਣੀ ਨਹੀਂ ਜਿੰਨਾ ਚਿਰ ਉਹਨਾਂ ਦੇ ਸਾਹਮਣੇ। ਦੇਖੋ ਕਾਨੂੰਨ ਜਾਂ ਸਜ਼ਾ ਕੀ ਹੁੰਦੀ ਹੈ? ਨਾਲ ਤਾਂ ਉਹਨੂੰ ਸਜ਼ਾ ਦੇਣੀ ਜਿਹਨੇ ਉਹ ਕੀਤਾ ਗੁਨਾਹ, ਨਾਲ ਹੀ ਦੂਜੇ ਲੋਕਾਂ ਨੂੰ ਆਗਾਹ ਕਰ ਦੇਣਾ ਕਿ ਦੇਖੋ ਜੇ ਤੁਸੀਂ ਇਹੋ ਜਿਹਾ ਕੁਝ ਕਰੋਗੇ ਤੇ ਆਹ ਮਿਲੂਗਾ ਤੁਹਾਨੂੰ। ਜਿੰਨਾ ਚਿਰ ਇਹਦੇ 'ਚ 302 ਵਰਗਾ ਇੱਕ ਨਵਾਂ ਸੈਕਸ਼ਨ ਐਡ ਨਹੀਂ ਕੀਤਾ ਜਾਂਦਾ 295A ਦੇ ਨਾਲ, ਜਿਹਦੀ ਨੇਚਰ 302 ਵਰਗੀ ਹੋਵੇ, ਜਿਹਦੇ ਫਾਂਸੀ ਪ੍ਰਾਵਧਾਨ ਹੋਵੇ ਕਿ ਉਸ ਬੰਦੇ ਨੂੰ ਦਿੱਤੀ ਜਾ ਸਕਦੀ ਹੈ, ਉਹਨਾਂ ਚਿਰ ਇਹਨਾਂ ਲੋਕਾਂ ਨੇ ਬਾਜ਼ ਨਹੀਂ ਆਉਣਾ। ਇੱਕ ਕਾਨੂੰਨੀ ਤੌਰ ਤੇ, ਸਰਕਾਰੀ ਤੌਰ ਤੇ ਉਹ ਵੀ ਹੋਣਾ ਚਾਹੀਦਾ, ਅਤੀ ਜ਼ਰੂਰੀ ਹੈ। ਇੱਥੋਂ ਪੰਜਾਬ ਸਰਕਾਰ ਨੇ ਪਿਛਲੀ ਨੇ ਉਹਨਾਂ ਨੇ ਪਾ ਕੇ ਭੇਜਿਆ ਸੀ ਬਿੱਲ, ਸੈਂਟਰ ਵਾਲਿਆਂ ਨੇ ਵਾਪਸ ਭੇਜਤਾ ਕਿ ਤੁਸੀਂ ਜੀ ਇੱਕ ਧਰਮ ਦੀ ਗੱਲ ਕਰ ਰਹੇ ਹੋ। ਹੁਣ ਦੁਬਾਰਾ ਭੇਜਣ ਲਈ ਅਸੀਂ ਕਹਿ ਰਹੇ ਹਾਂ ਜਿਹਦੇ 'ਚ ਭਗਵਦ ਗੀਤਾ ਹੋਵੇ, ਕੁਰਾਨ ਸ਼ਰੀਫ ਹੋਵੇ ਜਾਂ ਬਾਈਬਲ ਹੋਵੇ, ਕਿ ਸਾਰੇ ਧਰਮ ਇਨਕਲੂਡ ਕਰ ਦਿਓ, ਫੇਰ ਤਾਂ ਕਰ ਦਿਓ ਜੀ। ਬਿਲਕੁਲ, ਹੈ ਨਾ ਜੀ। ਸੋ ਤੁਸੀਂ ਤਰਕ ਵਿਤਰਕ ਵੀ ਕਰਨੇ ਪੈਣਗੇ, ਨਾਲ ਨਾਲ ਉਹਨਾਂ ਆਪਦੇ ਮੰਗਾਂ ਤੇ ਪਹਿਰਾ ਵੀ ਦੇਣਾ ਪਊਗਾ। ਔਰ ਇੱਕ ਲੋਕਾਂ ਦਾ ਦਬਾਅ ਪਤਾ ਕੀ ਹੁੰਦਾ ਬੇਟਾ, ਕਿ ਲੋਕਤੰਤਰ ਦੇ ਵਿੱਚ ਜਿੰਨਾ ਚਿਰ ਲੋਕ ਇਕੱਠੇ ਨਹੀਂ ਹੋਣਗੇ, ਸਿਰਾਂ ਦੀ ਗਿਣਤੀ ਇਹਨਾਂ ਨੂੰ ਨਜ਼ਰ ਨਹੀਂ ਆਊਗੀ, ਉਹਨਾਂ ਚਿਰ ਇਹ ਮੰਨਦੇ ਨਹੀਂਗੇ। ਸੋ ਸਿਰਾਂ ਦੀ ਗਿਣਤੀ ਹੁਣ ਨਜ਼ਰ ਆ ਜੂਗੀ ਇਹਨਾਂ ਨੂੰ, ਫਿਰ ਇਹ ਮੰਨਣਗੇ ਵੀ। ਮੋਰਚੇ ਦੇ ਵਿੱਚ ਵੱਡੀ ਕਾਲ ਦਿੱਤੀ ਗਈ ਆ 26 ਤਰੀਕ ਨੂੰ, ਕੀ ਲੱਗਦਾ ਕਿੰਨਾ ਕੁ ਭਰਵਾਂ ਹੁੰਗਾਰਾ ਇਸ ਮੋਰਚੇ ਨੂੰ ਮਿਲੇਗਾ? ਤੁਸੀਂ ਵੇਖੋ ਜੀ ਉਸ ਦਿਨ ਪੂਰਾ ਇੱਥੇ ਮੇਲਾ ਲੱਗੂਗਾ। ਮੇਲਾ ਕਾਹਦਾ ਲੱਗਣਾ? ਇੱਕ ਆਪਦੀ ਹੱਕਾਂ ਲਈ ਮੇਲਾ ਲਾਉਣਾ, ਆਪਦੇ ਹੱਕਾਂ ਦੀ ਰਾਖੀ ਲਈ। ਔਰ ਸਭ ਹੁਮ ਹਮਾ ਕੇ ਪਹੁੰਚਣਗੇ। ਹਰ ਬੰਦੇ ਨਾਲ ਗੱਲ ਹੋ ਰਹੀ ਹੈ, ਸਾਰੇ ਕਹਿ ਰਹੇ ਨੇ ਕਿ ਆਵਾਂਗੇ। ਔਰ ਇਹ ਕਿਸੇ ਆਪ ਦੇ ਲਈ ਥੋੜੀ ਹੈ, ਕਿਸੇ ਨੇ ਬੰਨ ਲਈ ਥੋੜੀ ਲਾਇਆ ਮੋਰਚਾ। ਇਹ ਤਾਂ ਹੱਕ ਔਰ ਇਨਸਾਫ ਲਈ ਹੈ। ਔਰ ਸਭ ਤੋਂ ਅਹਿਮ ਅਬਵ ਆਲ ਸਾਡੇ ਜਿਹੜੇ ਸਦੀਵੀ ਗੁਰੂ ਨੇ ਉਹਨਾਂ ਦੇ ਇਨਸਾਫ ਲਈ ਹੈ।
ਔਰ ਸੈਕਿੰਡ ਇਨਸਾਨੀਅਤ ਦੇ ਲੈਵਲ ਤੇ ਵੀ ਕੋਈ ਗੱਲ ਹੁੰਦੀ ਹੈ ਯਾਰ। 32 ਸਾਲ ਹੋ ਗਏ, ਤੁਸੀਂ ਸੋਚ ਕੇ ਮਤਲਬ 32 ਦਿਨ ਬੰਦਾ ਕੋਈ ਇਕੱਲਾ ਨਹੀਂ ਰਹਿ ਸਕਦਾ। ਬਿਲਕੁਲ 32 ਸਾਲ ਹੋ ਗਏ ਨੇ, ਕੋਈ ਇਨਸਾਫ ਦੀ ਗੱਲ ਤਾਂ ਵੀ ਕਰੋ। ਤੁਰ ਗਏ ਨੇ ਪਰ ਜ਼ਮਾਨੇ ਬਦਲ ਗਏ ਨੇ, ਜ਼ਮਾਨੇ ਬਦਲ ਗਏ ਨੇ, ਉਮਰਾਂ ਬੀਤ ਗਈਆਂ ਨੇ, ਫਿਰ ਵੀ ਤੁਸੀਂ ਰੱਖੀ ਬੈਠੇ ਹੋ। ਕੁਛ ਤਾਂ ਇਨਸਾਨੀਅਤ ਦੇ ਨਾਤੇ ਸਮਝੋ, ਕੁਛ ਤਾਂ ਹੱਕ ਔਰ ਕਾਨੂੰਨ ਦੀ ਗੱਲ ਮੰਨੋ। ਮਤਲਬ ਕਦੇ ਕਦੇ ਹੈਰਾਨਗੀ ਹੁੰਦੀ ਹੈ। ਸੌਦਾ ਸਾਹਿਬ ਨੂੰ ਪੈਰੋਲ ਕਿਉਂ ਦਿੱਤੀ ਜਾਂਦੀ ਹੈ? ਜੇ ਬੰਦੀ ਸਿੰਘ ਇਹ ਕਹਿੰਦੇ ਕਿ ਸਾਡੇ ਹੱਥ ਨਹੀਂ ਹੈਗਾ, ਅਸੀਂ ਨਹੀਂ ਅਜੇ ਰਿਹਾ ਕਰ ਸਕਦੇ, ਫਿਰ ਉਹਨਾਂ ਨੂੰ ਪੈਰੋਲ ਕਿਉਂ ਦਿੱਤੀ? ਕਾਰਨ ਕੀ ਲੱਗਦਾ? ਨਹੀਂ ਹੋ ਰਿਹਾ, ਅਮਰੀਕਾ ਦੇ ਹੱਥ 'ਚ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਨਾ, ਸਾਡੀ ਸਰਕਾਰ ਦੇ ਹੱਥ 'ਚ ਹੈ, ਕੌਣਾ ਦਾ ਨਹੀਂਗਾ। 14 ਸਾਲ ਬਾਅਦ ਜਦੋਂ ਵੀ ਗਵਰਨਮੈਂਟ ਚਾਹਵੇ ਇੱਕ ਅੱਛੇ ਬਿਹੇਵੀਅਰ ਦੇ ਨਾਤੇ ਛੱਡ ਸਕਦੀ ਹੈ ਬੰਦੇ ਨੂੰ। ਜੀ ਉਹਨਾਂ ਨੂੰ ਬਲਕਿ ਅੱਜ ਤੋਂ 14 ਸਾਲ ਪਹਿਲਾਂ ਤੋਂ ਛੱਡਿਆ ਜਾ ਸਕਦਾ ਸੀ, ਫਿਰ ਵੀ ਨਹੀਂ ਛੱਡ ਰਹੇਗੇ। ਨਹੀਂ ਤਾਂ ਜਿਹੜੇ ਬਿਲਕਿਸ ਬਾਨੋ ਵਾਲੇ ਗੁਨਾਹਗਾਰ ਸੀ ਉਹਨਾਂ ਨੂੰ ਕਿਵੇਂ ਛੱਡਤਾ? ਉਹਨਾਂ ਨੇ ਤਾਂ ਹਾਰ ਪਾ ਕੇ ਲੈ ਕੇ ਆ ਰਹੇ ਹੋ। ਬੜਾ ਵਧੀਆ ਕੰਮ ਕੀਤਾ, ਰੇਪ ਕੀਤਾ, ਉਹਨਾਂ ਨੇ ਬੱਚੇ ਮਾਰੇ ਆ। ਕੀ ਲੱਗਦਾ ਉਹਨਾਂ ਨੂੰ ਕਿਉਂ ਮਤਲਬ ਕਿ ਛੱਡਿਆ ਜਾਂਦਾ ਆ? ਪੈਰੋਲ ਤੇ ਸੌਦਾ ਸਾਹਿਬ ਨੂੰ ਬਾਹਰ ਲੈ ਕੇ ਆਇਆ ਜਾਂਦਾ ਹੈ, ਕਾਰਨ ਕੀ ਲੱਗਦਾ? ਫਿਰ ਉਹੀ ਕਵਾਂਗੇ, ਘੱਟ ਗਿਣਤੀਆਂ ਵਾਲੀ ਗੱਲ ਆ ਜਾਂਦੀ ਹੈ ਕਿ ਘੱਟ ਗਿਣਤੀਆਂ ਨੂੰ ਉਹ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ। ਜੇ ਜਦੋਂ ਅਸੀਂ ਇਹ ਜੀ ਗੱਲ ਕਰਦੇ ਹਾਂ ਫਿਰ ਆਖ ਦਿੰਦੇ ਤੁਸੀਂ ਫਿਰਕਾ ਪ੍ਰਸਤੀ ਵੱਲ ਜਾ ਰਹੇ ਹੋ। ਉਹ ਫਿਰਕਾ ਪ੍ਰਸਤੀ ਤਾਂ ਤੁਸੀਂ ਕਰ ਰਹੇ ਹੋ, ਆਫੀਸ਼ੀਅਲ ਵੇ ਨਾਲ ਕਰ ਰਹੇ ਹੋ। ਅਸੀਂ ਤਾਂ ਆਪਦੇ ਹੱਕ ਦੇ ਲਈ ਜਦੋਂ ਰੌਲਾ ਪਾਉਣੇ ਆ ਤੁਸੀਂ ਉਹਨੂੰ ਆਨੇ ਹੋ। ਤੁਸੀਂ ਤਾਂ ਧੱਕੇ ਨਾਲ ਕਰ ਰਹੇ ਹੋ ਫਿਰਕਾ ਪ੍ਰਸਤੀ। ਨਹੀਂ ਤਾਂ ਦੱਸ ਦਿਓ, ਇੱਕੋ ਦੇਸ਼ 'ਚ ਰਹਿੰਦੇ ਆ ਦੋ ਕਾਨੂੰਨ ਕਿਵੇਂ ਹੋ ਸਕਦੇ ਆ? ਚਾਹੇ ਉਹ ਬੰਦੀ ਸਿੰਘਾਂ ਨੂੰ ਲੈ ਕੇ ਹੋਣ, ਚਾਹੇ ਸਾਡੇ ਪਾਣੀ ਨੂੰ ਲੈ ਕੇ ਹੋਣ, ਚਾਹੇ ਕਿਸੇ ਵੀ ਚੀਜ਼ ਨੂੰ ਲੈ ਕੇ ਹੋਣ। ਗਿਣ ਕੇ ਵੇਖ ਲਓ, ਕਰਕੇ ਵੇਖ ਲਓ ਗੱਲ। ਇੰਨਾ ਚਿਰ ਲਾ ਦੇਣਾ ਹਰ ਗੱਲ ਨੂੰ। ਔਰ ਜਦ ਕਿ ਤੁਸੀਂ ਜਦੋਂ ਚਾਹੋ ਫਾਸਟ ਟਰੈਕ ਬਣਾ ਕੇ ਕਿਸੇ ਨੂੰ ਵੀ ਕੋਈ ਵੀ ਸਜ਼ਾ ਦੇ ਦਿਓ, ਤੇ ਜਦੋਂ ਸਾਡੇ ਸਦੀਵੀ ਗੁਰੂ ਦੀ ਬੇਅਦਬੀ ਦੀ ਗੱਲ ਹੋਵੇ ਉਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ। ਜੀ ਅਮਤੋਜ ਮਾਨ ਜੀ, ਜਾਂਦੇ ਜਾਂਦੇ ਇੱਕ ਲਾਸਟ ਸਵਾਲ ਜ਼ਰੂਰ ਕਰਨਾ ਚਾਹਾਂਗੇ। ਮੋਰਚੇ ਦੇ ਵਿੱਚ ਹਰ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਵੀ ਕੀਤਾ ਜਾਂਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਜਾਂਦਾ, ਪਰ ਇਸ ਵਾਰ ਜੋ ਸਟੇਜ ਦੇ ਉੱਪਰ ਪ੍ਰਕਾਸ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ, ਢਾਡੀ ਵਾਰਾਂ ਕੀਤੀਆਂ ਜਾਂਦੀਆਂ, ਕਥਾ ਕੀਰਤਨ ਹੁੰਦਾ ਹੈ, ਤਾਂ ਕਿਵੇਂ ਲੱਗਦਾ ਹੈ ਇਸ ਮੋਰਚੇ ਨੂੰ ਦੇਖ ਕੇ? ਦੇਖੋ ਇਹ ਸਾਡੀ ਕੌਮ ਐ ਨਜ਼ਰ ਆਉਣੀ ਚਾਹੀਦੀ ਹੈ। ਦੇਖੋ ਇੱਕ ਗੱਲ ਹੈ ਜਿਹਦੇ ਕਰਕੇ ਨਾ, ਇੱਕ ਜਿਵੇਂ ਸਾਡੇ ਬੱਚੇ ਬਾਹਰ ਜਾ ਰਹੇ ਨੇ, ਹਾਂ ਝੰਡਾ ਇੱਕ, ਬੱਚੇ ਬਾਹਰ ਜਾ ਰਹੇ ਨੇ, ਬੱਚੇ ਬਾਹਰ ਜਾ ਰਹੇ ਨੇ ਕਿ ਯਾਰ ਇੱਥੇ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਇੱਥੇ ਇਨਸਾਫ ਹੈ ਨਹੀਂ ਜੀ। ਉਹ ਇਨਸਾਫ ਜੇ ਹੈ ਨਹੀਂ, ਜੋ ਨਹੀਂ ਦੇ ਰਹੇ ਉਹਨਾਂ ਨੂੰ ਬਦਲੋ। ਅੱਜ ਇੱਥੇ ਕੌਮ ਇਕੱਠੀ ਹੋ ਕੇ ਬਹਿ ਗਈ ਹੈ ਕਿ ਜਿਹੜੀ ਗੱਲ ਦਾ ਇਨਸਾਫ ਨਹੀਂਗਾ ਅਸੀਂ ਲਵਾਂਗੇ। ਉਹਨਾਂ ਲਈ ਵੀ ਇੱਕ ਸੰਦੇਸ਼ ਹੈ ਇਹ ਕਿ ਚੜ੍ਹਦੀ ਕਲਾ 'ਚ ਕੌਮ, ਔਰ ਤੁਸੀਂ ਜਿਹੜੀ ਚੀਜ਼ ਤੋਂ ਡਰ ਕੇ ਜਾ ਰਹੇ ਹੋ ਕਿ ਆਹ ਚੀਜ਼ਾਂ ਇੱਥੇ ਨਹੀਂ ਹੋ ਰਹੀਆਂ, ਤਾਂ ਉਹ ਨਹੀਂ ਕਰ ਰਹੇ ਤਾਂ ਆਪਾਂ ਕਰੀਏ, ਆਪਾਂ ਲਈਏ ਉਹਨਾਂ ਤੋਂ ਹੱਕ ਨਾਲ ਉਹ ਚੀਜ਼ਾਂ। ਅੱਜ ਜੇ ਉਹ ਇਹ ਸਾਰਾ ਕੁਝ ਐਟਮੋਸਫੀਅਰ ਹੈ, ਤੁਹਾਨੂੰ ਆਊਗਾ, ਤੁਹਾਨੂੰ ਲੱਗੂਗਾ ਕਿ ਯਾਰ ਪੰਜਾਬ ਇਹੋ ਜਿਹਾ ਹੋਣਾ ਚਾਹੀਦਾ। ਜਿਵੇਂ ਟੈਂਟ ਲੱਗੇ ਹੋਏ ਨੇ ਨਾ, ਤੁਹਾਨੂੰ ਲੱਗਦਾ ਯਾਰ ਜੇ ਸਾਡੇ ਪਿੰਡ ਹੋਣ ਜਾਂ ਸ਼ਹਿਰ ਹੋਣ ਤਾਂ ਉਹ ਇਹੋ ਜਿਹੇ ਹੋਣ ਜਿਹੋ ਜਿਹਾ ਬਾਹਰ ਤੁਹਾਨੂੰ ਸਰੂਪ ਨਜ਼ਰ ਆ ਰਿਹਾ। ਜਿਵੇਂ ਹੀ ਕੋਈ ਮੋਰਚਾ ਦਿਖਾਉਂਦਾ ਤਾਂ ਸੋਸ਼ਲ ਸਾਈਟਾਂ ਕਈ ਬੰਦ ਹੋ ਰਹੀਆਂ, ਇਸ ਬਾਰੇ ਤੁਹਾਡਾ ਕੀ ਕਹਿਣਾ? ਹੋਣ ਦਿਓ ਬੰਦ, ਇਹ ਤਾਂ ਧੱਕੇ ਵਾਲੇ ਕਰਦੇ ਹੀ ਹੁੰਦੇ ਆ ਸਾਡੇ ਲਈ। ਮੇਰੀ ਗੱਲ ਸੁਣੋ, ਜੇ ਇਹ ਨਾ ਹੁੰਦਾ ਤਾਂ ਆਪਾਂ ਨੂੰ ਮੋਰਚਾ ਹੀ ਕਿਉਂ ਲਾਉਣਾ ਪੈਂਦਾ? ਜੇ ਗੱਲਾਂ ਨਾ ਹੋਣ ਤਾਂ ਆਪਾਂ ਮੋਰਚਾ ਹੀ ਨਾ ਲਾਈਏ। ਮੋਰਚਾ ਕਿਉਂ ਲਾਉਣਾ ਪੈ ਰਿਹਾ ਕਿ ਇਹ ਚੀਜ਼ਾਂ, ਇਹ ਜ਼ਿਆਦਤੀਆਂ, ਇਹ ਧੱਕੇਸ਼ਾਹੀ ਸਾਡੇ ਨਾਲ ਹੋ ਰਹੀ ਹੈ। ਉਹਦਾ ਪ੍ਰਗਟਾਵਾ ਉਸ ਧੱਕੇਸ਼ਾਹੀ ਨੂੰ ਹਟਾ ਸਕੀਏ। ਦੇਖੋ ਇਹ ਸਾਨੂੰ ਪਾਠ 'ਚ ਜਾਣਾ ਪੈਣਾ, ਸਾਨੂੰ ਹਰ ਥਾਂ ਬੋਲਣਾ ਪਊਗਾ। ਸਾਨੂੰ ਪਾਣੀਆਂ ਲਈ ਵੀ ਬੋਲਣਾ ਪਊ, ਸਾਨੂੰ ਉਹ ਜੀਰੇ ਫੈਕਟਰੀ ਲਈ ਵੀ ਬੋਲਣਾ ਪਊ, ਬੁੱਢਾ ਦਰਿਆ ਲਈ ਵੀ ਬੋਲਣਾ ਪਊ। ਕਿਤੇ ਨਾ ਕਿਤੇ ਜ਼ੀਰਾ ਫੈਕਟਰੀ ਦਾ ਮੋਰਚਾ ਵੀ ਫਤਿਹ ਹੋਇਆ ਔਰ ਫੈਕਟਰੀ ਬੰਦ ਵੀ ਹੋਣ ਜਾ ਰਹੀ ਹੈ। 6 ਮਹੀਨਿਆਂ ਬਾਅਦ ਮੰਨੀ ਗਈ ਨਾ ਗੱਲ, ਹਜੇ ਇੱਥੇ ਤਾਂ ਆਪਾਂ ਨੂੰ ਮਹੀਨਾ ਵੀ ਨਹੀਂ ਹੋਇਆਗਾ, ਹਨਾ। 6 ਮਹੀਨਿਆਂ ਬਾਅਦ ਉਹ ਵੀ ਅਸਰ ਹੋ ਰਿਹਾ ਮੋਰਚੇ ਲਾਉਣ ਦਾ। ਤੁਸੀਂ ਸੋਚੋ, ਉਹ ਸਿਰਫ 50 ਪਿੰਡਾਂ ਦੀ ਕਹਾਣੀ ਸੀ ਪਹਿਲਾਂ, ਔਰ ਸਾਰਾ ਪੰਜਾਬ ਖੜ ਗਿਆ ਜਾ ਕੇ। ਇਹ ਤਾਂ ਪਹਿਲਾਂ ਤੋਂ ਹੀ ਸਾਰੇ ਪੰਜਾਬ ਦੀ ਨਹੀਂ ਬਲਕਿ ਸਾਰੀ ਦੁਨੀਆ ਦੀ ਕਹਾਣੀ ਹੈ ਇਹਦੇ ਵਿੱਚ ਤਾਂ ਇਹ ਕਿਵੇਂ ਨਹੀਂ ਮੰਨਿਆ ਜਾਊਗਾ? ਸੋ ਇਹ ਇੱਕ ਤੁਸੀਂ ਕਹੋ ਖੁਸ਼ੀ ਦੀ ਗੱਲ ਹੈ ਕਿ ਅਸੀਂ ਮੋਰਚਿਆਂ ਲਵਾਦੇ ਹਾਂ। ਇਹ 'ਚ ਕੋਈ ਅਨਾਰਕੀ ਨਹੀਂ ਗੀ, ਬਲਕਿ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਹਿੱਸਾ ਹੈ ਤੇ ਅਸੀਂ ਉਹਦਾ ਪਾਲਣਾ ਕਰ ਰਹੇ ਹਾਂ। ਅਸੀਂ ਪੁਣੇ 'ਚ ਮਾਰੀ ਗਈ ਕੌਮ ਸੀ, ਕਿਤੇ ਨਾ ਕਿਤੇ ਲੱਗਦਾ ਕਿ ਵਾਪਸ ਆਪਣੀ ਅਸੀਂ ਆਪਦੇ ਪੈਰਾਂ ਸਿਰ ਹੋ ਰਹੇ ਹਾਂ। ਆਪਦੇ ਹੱਕਾਂ ਦਾ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਆਪਦੇ ਹੱਕ ਲੈਣੇ ਕਿਵੇਂ ਹੈ, ਅਸੀਂ ਉਧਰ ਨੂੰ ਚੱਲ ਪਏ। ਜਨਤਾ ਅਵੇਅਰ ਹੋ ਗਈ ਆ, ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਛੋਟੀ ਤੋਂ ਛੋਟੀ ਗੱਲ ਲਈ ਵੀ ਅਸੀਂ ਉੱਠਣ ਲੱਗ ਪਏ ਹਾਂ। ਉਹਨਾਂ ਤੇ ਪਤਾ ਕੀ ਹੋਇਆ ਸੀ? ਪੁਲਿਸ ਨੇ ਉਹਨਾਂ ਤੇ FIR ਕਰ ਲਈਆਂ। FIR ਨਾਲ ਜ਼ਮੀਨ ਦੇ ਨੰਬਰ ਅਟੈਚ ਕਰਤੇ ਸੀਗੇ ਜੀਰਾ ਫੈਕਟਰੀ ਵਾਲਿਆਂ ਦੇ।
ਮੈਨੂੰ ਯਾਦ ਹੈ ਇੱਕ ਰਾਤ ਨੂੰ ਮੈਂ ਤੇ ਲੱਖਾ ਪਹੁੰਚੇ, ਉਹ ਵਿਚਾਰੇ ਘਬਰਾਏ ਹੋਏ ਸੀ, ਤਾਂ ਅਸੀਂ ਉਹਨਾਂ ਨੂੰ ਹੌਸਲਾ ਦਿੱਤਾ ਕਿ ਅਸੀਂ ਬੈਠੇ ਆਂ ਔਰ ਨਾਲ ਹੀ ਤੁਹਾਨੂੰ ਆਣੇ ਕਿ ਜੇ ਤੁਹਾਨੂੰ ਫੜ ਕੇ ਲੈ ਗਏ ਤਾਂ ਪੰਜਾਬ ਸਾਰਾ ਤੁਹਾਡੇ ਨਾਲ ਖੜ ਜੂ ਆ ਕੇ, ਬੇਫਿਕਰ ਹੋ ਜਾਓ। ਉਹਨਾਂ ਨੂੰ ਫੜ ਲਿਆ ਇੱਕ ਦਿਨ ਬਾਅਦ, ਅਟੈਚ ਕਰਤੇ ਨੰਬਰ ਉਹਨਾਂ ਦੇ ਜ਼ਮੀਨਾਂ ਦੇ, ਉਹ ਜੇਲ੍ਹਾਂ 'ਚ ਬਾਤੇ, ਸਾਰਾ ਪੰਜਾਬ ਪਹੁੰਚ ਗਿਆ। ਫਿਰ ਫਾਈਨਲੀ ਹਾਰ ਪਾ ਕੇ ਛਡਾ ਕੇ ਲਿਆਂਦੇ। ਇਹ ਹੁੰਦੀ ਹੈ ਜਦੋਂ ਤੁਸੀਂ ਯੋਧੇ ਬਣ ਕੇ ਅੱਗੇ ਖੜਦੇ ਹੋ ਨਾ ਔਰ ਲੜਨ ਲਈ। ਦੇਖੋ ਆਪਦੇ ਲਈ ਹਰ ਕੋਈ ਲੜਦਾ ਹੈ, ਬਿਲਕੁਲ ਦੂਜਿਆਂ ਲਈ ਲੜਦਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। ਜੀ। ਇਹ ਸਾਡੇ ਹਿੱਸੇ ਆ ਰਿਹਾ ਅੱਜ ਦੂਜਿਆਂ ਲਈ ਲੜਨਾ। ਇਹਦਾ ਤੇ ਭਰਪੂਰ ਤਰੀਕੇ ਨਾਲ ਹਿੱਸਾ ਲੈਣਾ ਚਾਹੀਦਾ ਹੈ, ਜਿਹੜਾ ਕਿ ਆਲਰੇਡੀ ਵੀ ਹੈ ਔਰ 26 ਤਰੀਕ ਨੂੰ ਵੀ ਤੁਹਾਨੂੰ ਨਜ਼ਰ ਆਊਗਾ ਜੀ। ਉਹ। ਬਹੁਤ ਬਹੁਤ ਧੰਨਵਾਦ ਜੀ। ਸੋ ਆਉਣ ਵਾਲੇ ਸਮੇਂ 'ਚ ਜ਼ਰੂਰ ਦੱਸਾਂਗੇ ਕਿ ਅੱਗੇ ਮੋਰਚੇ ਦੀ ਰੂਪਰੇਖਾ ਹੁੰਦੀ ਹੈ। ਤਦ ਤੱਕ ਲਈ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ। ਧੰਨਵਾਦ।